श्री नानक पद पंकज बंदन पद पंकज बंदना सिमरो अंगद दुख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हरि गोविंद शुभ सुमत परिकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीशा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु ते प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। दोहरा नगर निकट स्थित करी सब बरात ने जाए। कोतक होत अनेक विध मणज मोद मन पाए। जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे अत सत्कार जुग सतसंगी जनों दोवें हाथ जोड़ के फतेह प्रवान करो। आखो जी वाहिगुरु जी का खालसा वाहिगुरु जी की फतेह। सतगुरां जी की अपार कृपा के सदका जिथे असीं पिछले दीवाना दे विच 21वें अध्याय की समाप्ति की है ते अज दे इन्हां दीवाना दे अंदर असीं 22वें अध्याय का प्रसंग आरंभ करन जा रहे हां। जिस दे विच बरात का धन गुरु नानक साहिब जी महाराज जी के सोहरे परिवार के उत्ते ढुका करना ते नाल ही नाल जिहड़ा विआह दीआं रस्मां ने उस दे बाबत इस अध्याय दे विच कवि जी ने इतिहास नूं कलमबंद कीता है। पिछले दीवाना दे विच पिछले प्रसंग दे विच असीं इत्थों तक विचार सरवण कर चुके सां कि समूह बरात ने ब्यास दरिया नूं पार कीता है ते ब्यास दरिया पार करके खडूर की धरती के उत्ते खडूर साहब की धरती के उत्ते टिकाणा कीता है, पड़ा लाए ने। ते इसे तरह कहते 2 रातां दा समा बीत्या है मंजिल तक पहुंचण दे लई। जिस नगर दे विच बरात ने पहुंचना है उत्थों तक पहुंचण दे लई 2 रातां रास्ते दे विच कट्टियां ने। ते फिर नाल ही नाल कवि संतोख सिंह जी चूड़ामणी जी ये भी आखते ने कि फिर जदों पता लगा भी भाई बरात पहुंचण वाली है तो फिर उस बरात नूं नगर तो 1 कोह की दूरी के उत्ते रुकण के वास्ते आख्या गया भी 1 कोह की दूरी के उत्ते तुसीं अपने पड़ा लगाओ, तुसीं अपने आसन लगाओ ते उस अस्थान के उत्ते फिर बरात का टका किया जाता, बरात नूं रोकिया जाता। इत्थों तक असीं पिछले दीवाना दे विच विचार सरवण कर चुके हैं।
ਅਗਲੀ ਲੜੀ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਨਗਰ ਨਿਕਟ ਸਥਿਤ ਕਰੀ ਸਭ ਬਰਾਤ ਨੇ ਜਾਏ, ਕੋਤਕ ਹੋਤਾ ਅਨੇਕ ਵਿਦ ਮਣ ਜਮੋਦ ਮਨ ਪਾਏ। ਇਸੇ ਤਰ੍ਹਾਂ ਹੁਣ ਭਾਈ ਬਾਲਾ ਜੀ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜੀਵਨ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਵਾਰਤਾ ਸੁਣਾਉਂਦੇ ਨੇ। ਭਾਈ ਬਾਲਾ ਜੀ ਜਿੱਥੇ ਬਰਾਤ ਦੇ ਨਾਲ ਵੀ ਗਏ ਹੋਏ ਨੇ ਤੇ ਨਾਲ ਹੀ ਨਾਲ ਆਖਦੇ ਨੇ ਪਾਤਸ਼ਾਹ ਜੀ ਨੂੰ ਵੀ ਸਾਰਾ ਕਾਰਜ ਸਾਰੀ ਜ਼ਿੰਮੇਵਾਰੀ ਪਾਤਸ਼ਾਹ ਜੀ ਨੇ ਮੈਨੂੰ ਸੰਭਾਲੀ ਹੋਈ ਸੀ। ਤੇ ਉਹੀ ਹੁਣ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਹੋਏ ਆਖਦੇ ਨੇ ਕਿ ਕਹਿੰਦੇ ਨਗਰ ਦੇ ਨੇੜੇ ਜਾ ਕੇ ਸਾਰੀ ਬਰਾਤ ਨੂੰ ਠਹਿਰਾ ਦਿੱਤਾ ਗਿਆ, ਇੱਕ ਕੋਹ ਦੀ ਦੂਰੀ ਦੇ ਉੱਤੇ ਬਰਾਤ ਨੂੰ ਰੋਕਿਆ ਗਿਆ। ਤੇ ਇਸੇ ਤਰ੍ਹਾਂ ਕਹਿੰਦੇ ਕੋਤਕ ਹੋਤ ਅਨੇਕ, ਕਈ ਤਰ੍ਹਾਂ ਦੇ ਕੋਤਕ ਵੇਖ ਕੇ ਜਿੱਥੇ ਸਾਰੇ ਹੈਰਾਨ ਹੁੰਦੇ ਨੇ ਤੇ ਮਨ ਦੇ ਵਿੱਚ ਬਹੁਤ ਖੁਸ਼ੀਆਂ ਵੀ ਪੈਦਾ ਹੁੰਦੀਆਂ ਹਨ। ਕਬਿਤ ਪਰਮਾਨੰਦ ਨੰਦਨ ਜੈ ਰਾਮ ਦਿਜ ਬੋਲ ਲੀਨੋ ਦੀਨੋ ਸੋ ਬਿਠਾਏ ਸੁਧ ਦੀਜੀਏ ਬਰਾਤ ਕੀ। ਭਾਈ ਜੈ ਰਾਮ ਜੀ ਦੇ ਪਿਤਾ ਜੀ ਭਾਵ ਬੀਬੀ ਨਾਨਕੀ ਜੀ ਦੇ ਸੋਹਰਾ ਸਾਹਿਬ ਭਾਈ ਪਰਮਾਨੰਦ ਜੀ ਨੇ ਆਪਣੇ ਪੁੱਤਰ ਜੈ ਰਾਮ ਜੀ ਨੂੰ ਆਖਿਆ ਵੀ ਭਾਈ ਜਾ ਕੇ ਹੁਣ ਸਾਰੀ ਖਬਰ ਜਾ ਕੇ ਦੇਣੀ ਕਰੋ ਵੀ ਭਾਈ ਬਰਾਤ ਪਹੁੰਚ ਚੁੱਕੀ ਹੈ ਤੇ ਮੋਰੇ ਲੜਕੀ ਵਾਲੇ ਪਰਿਵਾਰ ਨੂੰ ਵੀ ਇਸ ਗੱਲ ਦੀ ਜਾਣਕਾਰੀ ਸਾਂਝੀ ਕਰਕੇ ਆਓ। ਤੇ ਇਸੇ ਤਰ੍ਹਾਂ ਹੁਣ ਭਾਈ ਜੈ ਰਾਮ ਜੀ ਨੇ ਜਿਹੜੇ ਉਹਨਾਂ ਦੇ ਨਾਲ ਸੇਵਕ ਚੱਲ ਕੇ ਆਏ ਨੇ, ਉਹਨਾਂ ਸੇਵਕਾਂ ਦੇ ਵਿੱਚੋਂ ਫਿਰ ਬਰਾਤ ਦਾ ਪਤਾ ਦੇਣ ਦੇ ਵਾਸਤੇ, ਬਰਾਤ ਦੀ ਖਬਰ ਦੇਣ ਦੇ ਵਾਸਤੇ ਮੂਲ ਚੰਦ ਜੀ ਦੇ ਘਰ ਦੇ ਵਿੱਚ ਭੇਜਿਆ ਹੈ। ਮਿਲਿਓ ਮੂਲੇ ਜਾਏ ਮੁਖ ਆਸ਼ਿਕ ਅਲਾਏ, ਭਲੇ ਸੁਣੋ ਜਜਮਾਨ ਕਲਿਆਣ ਤੇਰੇ ਗਤ ਕੀ। ਤੇ ਫਿਰ ਕਹਿੰਦੇ ਉਸ ਸੇਵਕ ਨੇ ਜਾ ਕੇ ਮੂਲ ਚੰਦ ਜੀ ਦੇ ਘਰ ਦੇ ਵਿੱਚ ਜਿੱਥੇ ਉਹਨਾਂ ਨੂੰ ਆਪਣੇ ਮੁਖ ਤੋਂ ਅਸੀਸਾਂ ਦਿੱਤੀਆਂ ਨੇ ਤੇ ਨਾਲ ਹੀ ਨਾਲ ਇਹ ਵੀ ਬਚਨ ਉਚਾਰਨ ਕੀਤੇ ਨੇ ਵੀ ਤੁਹਾਡੀ ਕੁਲ ਦਾ ਉਧਾਰ ਹੋਵੇ, ਤੁਹਾਡਾ ਕਲਿਆਣ ਹੋਵੇ, ਤੁਹਾਡਾ ਭਲਾ ਹੋਵੇ। ਕਾਲੂ ਚੰਦ ਮਹਿਤ ਕੀ ਉਤਰੀ ਬਰਾਤਿਆਂ, ਆਇਓ ਸੁਧ ਦੇਨ ਜਿਹੇ ਸ਼ੋਭ ਬੋਹ ਪੰਥ ਕੀ। ਤੇ ਫਿਰ ਹੁਣ ਉਸ ਸੇਵਕ ਨੇ ਮੂਲ ਚੰਦ ਜੀ ਨੂੰ ਬੇਨਤੀ ਕੀਤੀ ਹੈ ਵੀ ਭਾਈ ਮੈਂ ਤਾਂ ਕਾਲੂ ਜੀ ਦੇ ਘਰ ਦੇ ਚੰਦ ਬੇਦੀ ਕੁਲ ਦੇ ਦੁਲਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਤਿਨਾਂ ਦੀ ਬਰਾਤ ਹੁਣ ਆਪ ਜੀ ਦੇ ਨਗਰ ਦੇ ਵਿੱਚ ਪਹੁੰਚ ਗਈ ਹੈ। ਆਪ ਦੇ ਨਗਰ ਦੇ ਵਿੱਚ ਬਰਾਤ ਪਹੁੰਚ ਜਾਣ ਦੇ ਕਾਰਨ ਮੈਂ ਇਹ ਸਾਰੀ ਖਬਰ ਤੁਹਾਨੂੰ ਦੇਣ ਦੇ ਵਾਸਤੇ ਆਇਆ ਹਾਂ। ਮੂਲੇ ਕੀਨੀ ਬੰਧਨ ਆਨੰਦ ਰਿਦ ਮਨ ਕਹਿਓ, ਭਲੀ ਬਾਤ ਭਈ ਸੁਧ ਲਿਉ ਮੈਂ ਬਰਾਤ ਕੀ। ਜਿੱਥੇ ਮੂਲ ਚੰਦ ਜੀ ਨੂੰ ਉਹਨਾਂ ਨੇ ਅਸੀਸਾਂ ਦਿੱਤੀਆਂ ਨੇ ਤੇ ਮੂਲ ਚੰਦ ਜੀ ਵੀ ਫਿਰ ਆਖਦੇ ਨੇ ਵੀ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇਹ ਸਾਰੀ ਵਿਚਾਰ ਆ ਕੇ ਮੈਨੂੰ ਦੱਸੀ, ਤੁਸੀਂ ਮੈਨੂੰ ਦੱਸ ਦਿੱਤਾ ਵੀ ਭਾਈ ਬਰਾਤ ਪਹੁੰਚ ਗਈ ਹੈ। ਕਹਿੰਦੇ ਮੈਂ ਹੁਣੀ ਜਾ ਕੇ ਉਹਨਾਂ ਦਾ ਸਵਾਗਤ ਕਰਦਾ ਹੈ ਤੇ ਜਾ ਕੇ ਉਹਨਾਂ ਦੀ ਖਬਰ ਸਾਰ ਲੈਂਦਾ ਹੈ ਤੇ ਕਹਿੰਦੇ ਮੈਂ ਹੁਣੀ ਬਰਾਤ ਨੂੰ ਜਾ ਕੇ ਮਿਲਣਾ ਕਰਦਾ ਹਾਂ। ਸਵਿਆ ਮੂਲਾ ਗਏ ਉੱਠ ਕੇ ਤਬ ਪੂਰਨ, ਪੰਜ ਹਿਤਾਜੇ ਗੋਤਰ ਰੰਧਾਵਾ। ਇਸੇ ਤਰ੍ਹਾਂ ਕਹਿੰਦੇ ਹੁਣ ਮੂਲ ਚੰਦ ਜੀ ਫਿਰ ਆਪਣੇ ਨਗਰ ਦੇ ਪੰਚ ਦੇ ਕੋਲ ਗਏ ਨੇ। ਪੰਚ ਦੇ ਕੋਲ ਜਾ ਕੇ ਫਿਰ ਮੂਲ ਚੰਦ ਜੀ ਬੇਨਤੀ ਕਰਦੇ ਨੇ ਵੀ ਇੱਥੇ ਕਵੀ ਜੀ ਨੇ ਇਹ ਵੀ ਆਖਿਆ ਵੀ ਉਸ ਪੰਚ ਦਾ ਜਿਹੜਾ ਗੋਤ ਹੈ ਉਹ ਵੀ ਰੰਧਾਵਾ ਹੈ। ਬੈਨ ਬਣੇ ਸੁਣਿਆ ਸੁਰਤ ਚੌਧਰੀ, ਆਈ ਬਰਾਤ ਵੇ ਸੁਧਿਆਵਾ। ਤੇ ਫਿਰ ਉਹਨਾਂ ਨੂੰ ਜਾ ਕੇ ਮੂਲ ਚੰਦ ਜੀ ਨੇ ਬੇਨਤੀ ਕੀਤੀ ਹੈ ਪੰਚ ਸਾਹਿਬ ਨੂੰ ਵੀ ਚੌਧਰੀ ਜੀ ਆਪਣੇ ਨਗਰ ਦੇ ਵਿੱਚ ਬਰਾਤ ਪਹੁੰਚ ਗਈ ਹੈ, ਮੈਨੂੰ ਹੁਣੇ ਸਾਰੀ ਇਸ ਖਬਰ ਦਾ ਪਤਾ ਲੱਗਾ ਹੈ। लेने आगारी चले तिन को हम आए सजे तुम्हारी शुभ पावा। ਤੇ ਫਿਰ ਕਹਿੰਦੇ ਆਓ ਸਭ ਤੋਂ ਪਹਿਲਾਂ ਹੁਣ ਜਾ ਕੇ ਆਪਾਂ ਬਰਾਤ ਦਾ ਸਵਾਗਤ ਕਰਨ ਜਾਈਏ। ਕਹਿੰਦੇ ਤੁਸੀਂ ਆਪਣੀਆਂ ਸ਼ੁਭ ਕਾਮਨਾਵਾਂ ਦੇ ਨਾਲ ਨਾਲ ਸਾਨੂੰ ਅਸੀਸਾਂ ਵੀ ਦੇਣਾ ਤੇ ਆਓ ਆਪਾਂ ਰਲ ਮਿਲ ਕੇ ਹੁਣ ਉਹਨਾਂ ਬਰਾਤ ਦੇ ਜੀਆਂ ਦਾ ਸਵਾਗਤ ਕਰਕੇ ਆਉਂਦੇ ਹਾਂ।
ਰਾਵਰ ਕੋ ਅਬਿਲੰਬ ਸਦੀਵੇ ਤੇ ਸੁਣ ਕੇ ਇਵ ਬੈਨ ਅਲਾਵਾ। ਤੇ ਮੂਲ ਚੰਦ ਜੀ ਆਖਦੇ ਨੇ ਕਿ ਮੈਨੂੰ ਤਾਂ ਹਮੇਸ਼ਾ ਤੁਹਾਡਾ ਹੀ ਆਸਰਾ ਰਿਹਾ, ਕਿਉਂਕਿ ਮੂਲ ਚੰਦ ਜੀ ਇਸੇ ਚੌਧਰੀ ਦੇ ਕੋਲ ਪਟਵਾਰੀ ਦੀ ਕਾਰ ਕਰਦੇ ਸਨ। ਤੇ ਇਹ ਸਾਰਾ ਕੁਝ ਸੁਣ ਕੇ ਹੁਣ ਚੌਧਰੀ ਜੀ ਬੋਲੇ ਹਨ, ਬੈਸ ਬੜੀ ਜਰਾ ਲੀਨ ਗਰਸੀ ਚਲਵੇ ਬਲ ਨਾਹੇ ਰਹਿਓ ਮੁਝ ਦੇਹੀ। ਚੌਧਰੀ ਜੀ ਆਖਦੇ ਨੇ ਕਿ ਮੂਲ ਚੰਦ ਜੀ ਤੁਸੀਂ ਤਾਂ ਜਾਣਦੇ ਹੋ ਕਿ ਬੈਸ ਦਾ ਭਾਵ ਹੈ ਉਮਰ। ਕਹਿੰਦੇ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੈ, ਬੁਢਾਪੇ ਨੇ ਆ ਕੇ ਮੈਨੂੰ ਘੇਰ ਲਿਆ ਹੈ। ਇਸ ਬੁਢਾਪੇ ਦੀ ਸਥਿਤੀ ਦੇ ਵਿੱਚ ਕਹਿੰਦੇ ਮੇਰੇ ਕੋਲ ਬਹੁਤਾ ਹੁਣ ਚੱਲਿਆ ਨਹੀਂ ਜਾਂਦਾ, ਜਾਂਦਾ ਤਾਂ ਜ਼ਰੂਰ ਜੇਕਰ ਮੇਰਾ ਸਰੀਰ ਮੇਰਾ ਸਾਥ ਦਿੰਦਾ। ਕਹਿੰਦੇ ਮੇਰੇ ਸਰੀਰ ਦੇ ਵਿੱਚ ਹੁਣ ਉਹ ਤਾਕਤ ਨਹੀਂ ਹੈ। ਨਾ ਤੁਰ ਮੈਂ ਚਲ ਤੋ ਅਬ ਸੰਗ ਸਦਾ ਤੁਮੈ ਜਾਣਤ ਪ੍ਰਾਨ ਸਨੇਹੀ। ਕਹਿੰਦੇ ਜੇ ਮੇਰਾ ਸਰੀਰ ਸਾਥ ਦਿੰਦਾ ਮੈਂ ਤੁਹਾਡੇ ਨਾਲ ਜ਼ਰੂਰ ਉਸ ਬਰਾਤ ਦਾ ਸਵਾਗਤ ਕਰਨ ਦੇ ਲਈ ਜਾਂਦਾ। ਕਹਿੰਦੇ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਤਾਂ ਤੁਹਾਨੂੰ ਆਪਣੀ ਜਾਨ ਤੋਂ ਵੀ ਵੱਧ ਕੇ ਪਿਆਰ ਕਰਦਾ ਹਾਂ। ਤਾਤ ਅਜਿਤੇ ਪਧਾਰ ਇਨੈ ਸੰਗ ਲੇਹੋ ਬਰਾਤ ਭਲੀ ਵਿਦ ਜਿਹੀ। ਤੇ ਫਿਰ ਉਸ ਚੌਧਰੀ ਨੇ ਆਖਿਆ ਵੀ ਤੁਸੀਂ ਏਦਾਂ ਕਰੋ, ਮੇਰੇ ਪੁੱਤਰ ਨੂੰ ਲੈ ਜਾਓ, ਮੈਂ ਆਪਣੇ ਪੁੱਤਰ ਨੂੰ ਭੇਜਦਾ ਹੈ। ਤੇ ਪੁੱਤਰ ਦਾ ਨਾਂ ਇੱਥੇ ਅਜੀਤਾ ਕਰਕੇ ਆਇਆ। ਤੇ ਫਿਰ ਚੌਧਰੀ ਜੀ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰ ਕੇ ਆਖਿਆ ਵੀ ਭਾਈ ਜਾ ਕੇ ਚੰਗੀ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਜਾ ਕੇ ਸਾਰੀ ਬਰਾਤ ਦਾ ਸਵਾਗਤ ਕਰੋ, ਆਓ ਭਗਤ ਕਰੋ। ਤੇ ਕਹਿੰਦੇ ਫਿਰ ਉਹਨਾਂ ਨੂੰ ਨਗਰ ਦੇ ਵਿੱਚ ਲੈ ਕੇ ਆਓ। ਚਾਹੇ ਜੋ ਹੋਏ ਪੁਚਾਏ ਸੋ ਦੇਵੋ ਪਾਸ ਰਹੋ ਜਿਹੇ ਮੂਲਾ ਰਹੇ। ਕਹਿੰਦੇ ਤੁਹਾਡੇ ਦੋਨਾਂ ਦੇ ਵਿੱਚੋਂ ਇੱਕ ਜਾਣਾ, ਜਾਂ ਤਾਂ ਮੂਲ ਚੰਦ ਜੀ ਜਾਂ ਫਿਰ ਤੁਸੀਂ। ਚੌਧਰੀ ਜੀ ਆਪਣੇ ਪੁੱਤਰ ਨੂੰ ਆਖਦੇ ਨੇ, ਕਹਿੰਦੇ ਤੁਹਾਡੇ ਦੋਨਾਂ ਦੇ ਵਿੱਚੋਂ ਇੱਕ ਜੀ ਬਰਾਤ ਦੇ ਕੋਲ ਰਹਿਣਾ ਚਾਹੀਦਾ, ਵੀ ਭਾਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਆਉਣੀ ਚਾਹੀਦੀ। ਜੋ ਵੀ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਹੈ, ਜੋ ਕੁਝ ਵੀ ਉਹਨਾਂ ਨੂੰ ਚਾਹੀਦਾ ਹੈ, ਤੁਸੀਂ ਸਾਰੀਆਂ ਵਸਤੂਆਂ ਉਹਨਾਂ ਨੂੰ ਮੁਹੱਈਆ ਕਰਵਾਓ। ਅੜਿਲ ਮੂਲਾ ਕਹੇ ਸੋ ਲਾਜ ਹਮਾਰੀ ਤੋਹੇ ਕੋ। ਜਸ ਅਪਜਸ ਸ਼ੁਭ ਕਾਜ ਕੋ ਕਾਜੰਗ ਹੋਏ ਕੋ। ਮੂਲ ਚੰਦ ਜੀ ਨੇ ਹੁਣ ਪੰਚ ਦੇ ਅੱਗੇ ਉਸ ਚੌਧਰੀ ਦੇ ਅੱਗੇ ਇਹ ਤੱਕ ਵਿਚਾਰ ਆਖੇ ਨੇ ਵੀ ਕਹਿੰਦੇ ਸਾਡੀ ਇੱਜ਼ਤ ਤੁਹਾਡੇ ਹੱਥ ਹੈ, ਕੀ ਚੰਗੇ ਕਾਰਜ ਕਰਨੇ ਕੀ ਮੰਦੇ ਕਰਨੇ ਇਹ ਤੁਹਾਨੂੰ ਹੀ ਪਤਾ। ਤੁਸੀਂ ਹੁਣ ਫਿਰ ਆਪਣੇ ਅਨੁਸਾਰ ਇਹ ਸਾਰਾ ਕਾਰਜ ਸੰਭਾਲਣਾ ਹੈ। ਪੰਜ ਨਗਰ ਕੇ ਆਪ ਬਿਦਤ ਤੁਮ ਨਾਮ ਹੈ, ਹੋ ਮੈਂ ਪਟਵਾਰੀ ਬਿਦਤ ਸਦਾ ਟਿਗ ਧਾਮ ਹੈ। ਕਹਿੰਦੇ ਮੈਂ ਤਾਂ ਤੁਹਾਡੇ ਘਰ ਦੇ ਵਿੱਚ ਪਟਵਾਰੀ ਦਾ ਕੰਮ ਕਰਦਾ ਤੇ ਤੁਹਾਡਾ ਜਸ ਕਹਿੰਦੇ 5 ਪਿੰਡਾਂ ਦੇ ਵਿੱਚ ਤੁਹਾਡੀ ਪੂਰੀ ਚੌਧਰੀ ਹੈ। ਤੁਸੀਂ 5 ਪਿੰਡਾਂ ਦੇ ਮਾਲਕ ਹੋ, 5 ਪਿੰਡਾਂ ਦੇ ਤੁਸੀਂ ਮੰਨੇ ਪੰਨੇ ਪੰਚ ਹੋ। ਤੇ ਇਸੇ ਕਰਕੇ ਕਹਿੰਦੇ ਮੈਂ ਤਾਂ ਤੁਹਾਡੇ ਘਰ ਦਾ ਇੱਕ ਛੋਟਾ ਜਿਹਾ ਨੌਕਰ ਹਾਂ ਤੇ ਸਦਾ ਤੁਹਾਡੇ ਘਰ ਹੀ ਰਹਿੰਦਾ ਹਾਂ। ਬਰੰਗ ਬਰਾਤ ਬਟੋਰ ਬੜੀ ਪੁਰ ਬਿਆਨ ਕੀ, ਕਾਲੂ ਪਰਮਾਨੰਦ ਸੈਨ ਗਹਿਨ ਕੀ। ਮੂਲ ਚੰਦ ਜੀ ਆਖਦੇ ਨੇ ਵੀ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਨਾ, ਕਰੀਬੀ ਸੱਜਣ ਮਿੱਤਰ ਆਏ ਨੇ, ਤੇ ਕਹਿੰਦੇ 2 ਆਦਮੀਆਂ ਦੀਆਂ ਨਾਲ ਫੌਜਾਂ ਵੀ ਆਈਆਂ ਨੇ। ਇੱਕ ਤਾਂ ਮਹਿਤਾ ਕਾਲੂ ਜੀ ਦੀ ਪੂਰੀ ਫੌਜ ਆਈ ਹੋਈ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਮਹਿਤਾ ਕਾਲੂ ਜੀ ਦਾ ਰਾਏ ਬੁਲਾਰ ਜੀ ਦੇ ਨਾਲ ਵੀ ਪੂਰਾ ਪਿਆਰ ਹੈ। ਤੇ ਫਿਰ ਉਸ ਨਗਰ ਤੋਂ ਵੀ ਕਹਿੰਦੇ ਪੂਰੀ ਫੌਜ ਆ ਕੇ ਢੁਕੀ ਹੋਈ ਹੈ। ਤੇ ਨਾਲ ਹੀ ਨਾਲ ਕਹਿੰਦੇ ਜਿਹੜੇ ਪਰਮਾਨੰਦ ਜੀ ਨੇ ਸੁਲਤਾਨਪੁਰ ਦੀ ਧਰਤੀ ਦੇ ਰਹਿਣ ਵਾਲੇ ਨੇ, ਤੇ ਜਿਨ੍ਹਾਂ ਦਾ ਨਵਾਬ ਦੌਲਤ ਖਾਨ ਲੋਧੀ ਦੇ ਨਾਲ ਵੀ ਪੂਰਾ ਪਿਆਰ ਹੈ, ਪੂਰਾ ਮਿਲ ਵਰਤੋਂ ਕਰਦੇ ਨੇ। ਕਹਿੰਦੇ ਦੋਨਾਂ ਨਗਰਾਂ ਦੀਆਂ ਸੈਨਾ ਇਹ ਵੀ ਇਸ ਬਰਾਤ ਦੇ ਵਿੱਚ ਸ਼ਾਮਲ ਹੋਈਆਂ ਹਨ। ਲੇਕਰ ਪਹੁੰਚੇ ਆਨ ਸਕੀਰਤ ਸੋਹੀ, ਹੋ ਸ਼ੋਭਾ ਭਾਤਨ ਪਾਤ ਹੇਰ ਸੁਰਮੋਹੀ। ਤੇ ਇਸੇ ਤਰ੍ਹਾਂ ਹੁਣ ਮੂਲ ਚੰਦ ਜੀ ਫਿਰ ਉਸ ਬਰਾਤ ਦੀ ਵਡਿਆਈ ਕਰਦੇ ਆਖਦੇ ਨੇ, ਕਹਿੰਦੇ ਇਹ ਸਾਰੇ ਹੀ ਹਾਥੀਆਂ ਘੋੜਿਆਂ ਦੇ ਨਾਲ ਬਰਾਤ ਲੈ ਕੇ ਪਹੁੰਚੇ ਨੇ। ਤੇ ਕਹਿੰਦੇ ਇਹਨਾਂ ਦੀ ਕੀਰਤੀ ਇੰਨੀ ਵਿਸ਼ਾਲ ਹੈ, ਇੰਨੀ ਬਰਾਤ ਸ਼ੋਭਾ ਪਾ ਰਹੀ ਕਿ ਕਹਿੰਦੇ ਇਹਨਾਂ ਨੂੰ ਦੇਖ ਕੇ ਦੇਵਤੇ ਵੀ ਕਹਿੰਦੇ ਮੋਹਿਤ ਹੋ ਰਹੇ ਹਨ। ਹਿਤ ਬਰਾਤ ਕੋ ਚਹੋ ਸੋ ਮੋਤੇ ਲੀਜੀਏ,
ਅਸਨ ਵਸਨ ਤਨ ਮਾਲ ਨਾ ਸ਼ੰਕਾ ਕੀਜੀਐ। ਤੇ ਹੁਣ ਚੌਧਰੀ ਜੀ ਨੇ ਮੂਲ ਚੰਦ ਜੀ ਨੂੰ ਆਖਿਆ ਵੀ ਭਾਈ ਚੰਗੇ ਤਰੀਕੇ ਦੇ ਨਾਲ ਪੂਰੀ ਬਰਾਤ ਦੀ ਆਓ ਭਗਤ ਕਰਨੀ, ਤੇ ਜੋ ਕੁਝ ਵੀ ਕੱਪੜੇ ਦੀ ਜ਼ਰੂਰਤ ਹੋਵੇ, ਭੋਜਨ ਦੀ ਜ਼ਰੂਰਤ ਹੋਵੇ, ਧਨ ਦੀ ਜ਼ਰੂਰਤ ਹੋਵੇ, ਉਹ ਕਹਿੰਦੇ ਬਿਨਾਂ ਕਿਸੇ ਸ਼ੰਕੇ ਤੋਂ ਤੁਸੀਂ ਮੇਰੇ ਕੋਲੋਂ ਪ੍ਰਾਪਤ ਕਰ ਸਕਦੇ ਹੋ। ਜਿਉ ਸ਼ੋਭਾ ਤਿਨ ਕੀਨ ਆਪਦ ਕਹਿ ਕਰੋ, ਹੋ ਗੁਰ ਧਾਰਤ ਧਾਰ ਕਿਰਪਨਾ ਨਿਤ ਪਰ ਹਰੋ। ਕਹਿੰਦੇ ਮੂਲ ਚੰਦ ਜੀ ਤੁਸੀਂ ਬਿਨਾਂ ਕਿਸੇ ਕੰਜੂਸੀ ਤੋਂ ਹੁਣ ਧਨ ਖਰਚਣਾ, ਖੁੱਲ੍ਹ ਦਿਲੀ ਦੇ ਨਾਲ ਸਾਰਿਆਂ ਦਾ ਸਵਾਗਤ ਕਰਨਾ, ਜਿੰਨੀ ਸ਼ੋਭਾ ਉਹਨਾਂ ਦੀ ਹੈ ਉਸ ਤੋਂ ਵੱਧ ਕੇ ਤੁਸੀਂ ਉਹਨਾਂ ਦਾ ਜਸ ਕਰਨਾ ਹੈ, ਉਸ ਤੋਂ ਵੱਧ ਕੇ ਉਹਨਾਂ ਦੀ ਤੁਸੀਂ ਆਓ ਭਗਤ ਕਰਨੀ ਹੈ। ਸਭਿਆ मान के बहन को मानव ले संग लेन बरात चला अगवानी। इसे तरह हुण पिंड दे चौधरी दे कोलों वचन प्राप्त करके मूल चंद जी अपने नाल कहंदे कुछ भले पुरुषां नूं लैके, सत्कारयोग पुरुषां नूं लैके, सियाणे आदमियां नूं लैके हुण बरात दा स्वागत करन वास्ते चल पए हन। ਬ੍ਰਿਪਨ ਬਾਹਜ ਬੈਸ਼ਨ ਸੂਦਰਨ ਬ੍ਰਿੰਦ ਪਏ ਸ਼ੁਭ ਬੋਲਤ ਬਾਣੀ। ਕਹਿੰਦੇ ਜਿੰਨੇ ਵੀ ਨਗਰ ਦੇ ਵਿੱਚ ਜਾਤੀਆਂ ਦੇ ਲੋਕ ਰਹਿੰਦੇ ਨੇ, ਚਾਹੇ ਉਹ ਬ੍ਰਾਹਮਣ ਨੇ, ਚਾਹੇ ਖੱਤਰੀ ਨੇ, ਚਾਹੇ ਵੈਦ ਨੇ ਤੇ ਚਾਹੇ ਸ਼ੂਦਰ ਨੇ, ਕਹਿੰਦੇ ਸਾਰੇ ਹੀ ਆਪਣੀ ਜ਼ੁਬਾਨ ਤੋਂ ਸ਼ੁਭ ਬਚਨ ਹੀ ਬੋਲਦੇ ਹਨ। जोग कोने गले सब ही निकसे नगरी ते उमंग है ठानी। कहंदे जेड़े भी मंगते फिर इस दर दे उत्ते आउंदे ने ना, इन्हां दे दर तो भी कहंदे कोई खाली नहीं जांदा, सारे अपना बनदा नेक, अपना बनदा लाग लैके जांदे हन। डंक दमामन काव परे इन रीत पे लोग बरात जुड़ानी। ਤੇ ਇਸੇ ਤਰ੍ਹਾਂ ਕਹਿੰਦੇ ਬਰਾਤ ਦੇ ਅੱਗੇ ਅੱਗੇ ਕਹਿੰਦੇ ਹੁਣ ਨਗਾਰਿਆਂ ਦੇ ਉੱਤੇ ਡੰਕੇ ਵੱਜ ਰਹੇ ਨੇ, ਨਗਾਰਿਆਂ ਦੇ ਉੱਤੇ ਚੋਟਾਂ ਵੱਜ ਰਹੀਆਂ ਨੇ। ਇਹ ਸਾਰਾ ਕੁਝ ਦੇਖ ਕੇ, ਇਸ ਰੀਤੀ ਨੂੰ ਵੇਖ ਕੇ ਲੋਕ ਬੜੇ ਹੈਰਾਨ ਹੁੰਦੇ ਹਨ। ਹੁਤ ਪਇਓ ਸਮਧੀਨ ਕੋ ਮੇਲ ਨਿਸ਼ਾਬਰ ਕੀਨੋ ਬੈ ਸੁਖ ਮਾਨੀ। ਹੁਣ ਕਹਿੰਦੇ ਬਰਾਤ ਦੇ ਕੋਲ ਜਾ ਕੇ ਫਿਰ ਕਹਿੰਦੇ ਦੋਵਾਂ ਕੁੜਮਾਂ ਦੀ ਆਪਸ ਦੇ ਵਿੱਚ ਮਿਲਣੀ ਹੋਈ ਹੈ। ਉਧਰੋਂ ਮੂਲ ਚੰਦ ਜੀ ਤੇ ਇਧਰੋਂ ਮਹਿਤਾ ਕਾਲੂ ਜੀ, ਕਹਿੰਦੇ ਇਹਨਾਂ ਦੀ ਮਿਲਣੀ ਹੋਈ ਹੈ। ਤੇ ਮਿਲਣੀ ਕਰਨ ਤੋਂ ਉਪਰੰਤ ਕਹਿੰਦੇ ਦੋਵਾਂ ਨੇ ਖੁੱਲ੍ਹ ਦਿਲੀ ਦੇ ਨਾਲ ਧਨ ਦੀ ਵਰਤੋਂ ਕੀਤੀ ਹੈ। ਸਾਦਰ ਸੋ ਕੁਲ ਰੀਤ ਕਰੀ ਪਲ ਪ੍ਰੀਤ ਬੜੀ ਨਾ ਕਿਸੀ ਮਨ ਹਾਨੀ। ਤੇ ਇਸੇ ਤਰ੍ਹਾਂ ਕਹਿੰਦੇ ਕਿਸੇ ਨੇ ਵੀ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਰੋਸ ਨਹੀਂ ਕੀਤਾ, ਸਗੋਂ ਮਿਲ ਕੇ ਆਪਣੀ ਰੀਤ ਦੇ ਅਨੁਸਾਰ ਸਾਰੀਆਂ ਰਸਮਾਂ ਰਿਵਾਜਾਂ ਨੂੰ ਨਿਭਾਇਆ ਹੈ। ਲੋਚਨ ਸੋ ਅਬਿਲੋਕਤ ਦੂਲੇ ਮੂਲੇ ਕੋ ਤਨ ਹੀ ਤਨ ਬਖਾਨੀ। ਜਦੋਂ ਆਪਣੀਆਂ ਅੱਖਾਂ ਦੇ ਨਾਲ ਮੂਲ ਚੰਦ ਜੀ ਨੇ ਆਪਣੇ ਜਵਾਈ ਨੂੰ ਤੱਕਿਆ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਤਾਂ ਉਹਨਾਂ ਦੀ ਰਸਨਾ ਦੇ ਉੱਤੋਂ ਕੇਵਲ ਤੇ ਕੇਵਲ ਇੰਨੇ ਹੀ ਲਫ਼ਜ਼, ਇੰਨੇ ਹੀ ਸ਼ਬਦ ਨਿਕਲੇ ਨੇ ਵੀ ਧੰਨ ਹੋ, ਤੁਸੀਂ ਧੰਨ ਹੋ। ਭਾਗਨ ਪੂਰਨ ਕੋ ਇਹ ਭਾਜਨ ਜਾਤੇ ਜਮਾਤਾ ਪਇਓ ਗੁਣ ਖਾਨੀ। ਤੇ ਨਾਲ ਹੀ ਨਾਲ ਫਿਰ ਆਖਦੇ ਨੇ, ਕਹਿੰਦੇ ਮੇਰੀ ਬੜੀ ਚੰਗੀ ਕਿਸਮਤ ਹੈ, ਮੈਂ ਬੜੇ ਵੱਡਿਆਂ ਭਾਗਾਂ ਵਾਲਾ ਹਾਂ, ਚੰਗੇ ਭਾਗਾਂ ਦਾ ਪਾਤਰ ਹਾਂ। ਕਹਿੰਦੇ ਗੁਣਾਂ ਦੀ ਖਾਣ ਇਹ ਜਵਾਈ ਮੈਨੂੰ ਮਿਲਿਆ ਹੈ। ਦੋਹਰਾ ਮਿਲ ਕਰ ਦੋ ਦਿਸ਼ ਪਰਸ ਪਰ सरसत हरखत होए। गमने नगरी को बोहर चहत करियो अब ढोए। इसे तरह कहते फिर दोवां पासियां दे ਜਾਂਜੀਆਂ ਤੇ ਮਾਂਜੀਆਂ ਨੇ, ਲੜਕੇ ਅਤੇ ਲੜਕੀ ਵਾਲਿਆਂ ਨੇ ਆਪਸ ਦੇ ਵਿੱਚ ਰਲ ਮਿਲ ਕੇ ਜਿੱਥੇ ਗੱਲਾਂ ਬਾਤਾਂ ਕੀਤੀਆਂ ਨੇ, ਖੁਸ਼ ਹੋਏ ਨੇ। ਤੇ ਕਹਿੰਦੇ ਹੁਣ ਫਿਰ ਦੋਵਾਂ ਨੇ ਰਲ ਮਿਲ ਕੇ ਨਗਰ ਨੂੰ ਚਾਲੇ ਪਾਉਣ ਬਾਰੇ ਸੋਚਿਆ। ਤੇ ਕਿਉਂਕਿ ਕਹਿੰਦੇ ਉਹ ਸਾਰੇ ਚਾਹੁੰਦੇ ਸਨ ਕਿ ਹੁਣ ਨਗਰ ਦੇ ਵਿੱਚ ਜਾ ਕੇ ਢੁਕਾ ਕੀਤਾ ਜਾਵੇ। ਸਵਿਆ ਗਜ ਗਾਜਤ ਸਾਜ ਸਦੇ ਸਭ ਹੀ ਤੁਨ ਘੰਟਨ ਕੀ ਉਠ ਹੈ ਵੱਡ ਘੋਰਾ। ਤੇ ਕਹਿੰਦੇ ਹਾਥੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਤੇ ਨਾਲ ਹੀ ਨਾਲ ਕਹਿੰਦੇ ਜਿਹੜੇ ਊਂਠਾਂ ਦੇ ਉੱਤੇ ਢੋ ਢੁਆਈ ਦਾ ਸਮਾਨ ਲੱਦਿਆ ਹੋਇਆ ਹੈ ਨਾ,
ਉਹਨਾਂ ਦੇ ਗਲਾਂ ਦੇ ਵਿੱਚ ਪਾਈਆਂ ਹੋਈਆਂ ਜਿਹੜੀਆਂ ਘੰਟੀਆਂ ਨੇ, ਟੱਲੀਆਂ ਨੇ, ਉਹ ਵੀ ਕਹਿੰਦੇ ਆਵਾਜ਼ ਪੈਦਾ ਕਰ ਰਹੀਆਂ ਹਨ। ਅਸ ਹਿੰਸਤ ਜੀਨ ਜਰਾ ਬਜਰੇ ਅਵਨੀ ਖੁਰਬਾਜ ਰਹੇ ਚੂਹੂ ਓਰਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਘੋੜੇ ਨੇ, ਘੋੜਿਆਂ ਦੇ ਉੱਤੇ ਸੁੰਦਰ ਕਾਠੀਆਂ ਪਹਿਨੀਆਂ ਹੋਈਆਂ ਨੇ, ਤੇ ਜਿਹੜੇ ਘੋੜਿਆਂ ਦੇ ਪੈਰ ਨੇ, ਘੋੜਿਆਂ ਦੇ ਜਿਹੜੇ ਪੌੜ ਨੇ, ਧਰਤੀ ਦੇ ਉੱਤੇ ਵੱਜ ਕੇ ਕਹਿੰਦੇ ਉਹ ਵੀ ਖੜਾਕ ਪੈਦਾ ਕਰਦੇ ਹਨ। ਰਥ ਜਾਤ ਚਲੇ ਸ਼ਨ ਕੇ ਕੁੰਗਰੂ ਪੁਨ ਚੱਕਰਨ ਕੋਖਰ ਕਾਨੇ ਥੋਰਾ। ਤੇ ਕਹਿੰਦੇ ਜਿਹੜੇ ਜਦੋਂ ਰੱਥ ਵੀ ਚੱਲਦੇ ਨੇ ਨਾ, ਰੱਥਾਂ ਦੇ ਚੱਕਿਆਂ ਦੀ ਵੀ ਆਵਾਜ਼ ਆਉਂਦੀ ਹੈ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਉਹਾਰ ਸ਼ਿੰਗਾਰ ਦੇ ਨਾਲ ਰੱਥਾਂ ਦੇ ਉੱਤੇ ਘੁੰਗਰੂ ਬੰਨੇ ਹੋਏ ਨੇ, ਜਦੋਂ ਰੱਥ ਚੱਲਦੇ ਨੇ ਉਹ ਵੀ ਆਵਾਜ਼ ਪੈਦਾ ਕਰਦੇ ਹਨ। ਡਫ ਢੋਲ ਦਮਾਮਨ ਡੰਕ ਲਗੇ ਪਰ ਆਪਨ ਕੋ ਨ ਸੁਨੇ ਵੱਡ ਸ਼ੋਰਾ। ਤੇ ਕਹਿੰਦੇ ਇਸੇ ਤਰ੍ਹਾਂ ਨਗਾਰੇ ਵੀ ਵੱਜ ਰਹੇ ਨੇ, ਵਾਜੇ ਵੀ ਵਜਾਏ ਜਾ ਰਹੇ ਨੇ, ਅਨੇਕਾਂ ਤਰ੍ਹਾਂ ਦੇ ਸਾਜ਼ ਵੀ ਵਜਾਏ ਜਾ ਰਹੇ ਨੇ, ਵੱਡੇ ਵੱਡੇ ਢੋਲ ਵਜਾਏ ਜਾ ਰਹੇ ਨੇ। ਕਹਿੰਦੇ ਇੰਨਾ ਸ਼ੋਰ ਹੋਣ ਦੇ ਬਾਵਜੂਦ ਕਿਸੇ ਨੂੰ ਵੀ ਆਪਣੀ ਗੱਲ ਨਹੀਂ ਸੁਣ ਰਹੀ। ਜੋ ਕੁਝ ਵੀ ਆਪਸ ਦੇ ਵਿੱਚ ਗੱਲ ਕਰਨ ਦਾ ਯਤਨ ਕਰ ਰਹੇ ਨੇ, ਕਿਸੇ ਨੂੰ ਇੱਕ ਦੂਜੇ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ। ਇਸ ਤਰੀਕੇ ਦੇ ਨਾਲ ਬਰਾਤ ਦਾ ਜਿਹੜਾ ਦ੍ਰਿਸ਼ ਹੈ, ਕਵੀ ਜੀ ਨੇ ਕਲਮਬੰਦ ਕੀਤਾ ਹੈ। ਏਕ ਮਤੰਗ ਪੈ ਲਾਲੂ ਅਰੂੜ ਕਰੇ ਬਰਖਾ ਤਨ ਕੀ ਮਨ ਭਾਈ। ਮਤੰਗ ਦਾ ਭਾਵ ਹਾਥੀ। ਕਹਿੰਦੇ ਇੱਕ ਹਾਥੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਕਹਿੰਦੇ ਚੜੇ ਹੋਏ ਨੇ। ਉਹ ਹਾਥੀ ਦੇ ਉੱਤੇ ਸੱਜ ਕੇ ਬੈਠੇ ਹੋਏ ਨੇ, ਤੇ ਹਾਥੀ ਦੇ ਉੱਤੇ ਬੈਠ ਕੇ ਕਹਿੰਦੇ ਉਹ ਵੀ ਧਨ ਦੀ ਅਧਿਕ ਵਰਖਾ ਕਰਦੇ ਹਨ। ਦੂਸਰ ਪੈ ਚੜ ਧਾਤ ਜੈ ਰਾਮ ਕੋਹੀਨ ਬੇਲੰਬ ਭਲੇ ਬਰਖਾਈ। ਤੇ ਕਹਿੰਦੇ ਦੂਸਰੇ ਹਾਥੀ ਦੇ ਉੱਤੇ ਜੈ ਰਾਮ ਜੀ ਦੇ ਪਿਤਾ ਜੀ ਪਰਮਾਨੰਦ ਜੀ ਕਹਿੰਦੇ ਬੈਠੇ ਹੋਏ ਨੇ, ਤੇ ਉਹ ਵੀ ਕਹਿੰਦੇ ਬੜੀ ਖੁੱਲ੍ਹ ਦਿਲੀ ਦੇ ਨਾਲ ਮਾਇਆ ਬਰਸਾ ਰਹੇ ਹਨ। ਮੇਘ ਕੀ ਰੀਤ ਸੁਹਾਏ ਦੂ ਤਬ ਮੀਚੋਂ ਊਚ ਵਿਚਾਰ ਨ ਕਾਈ। ਤੇ ਇਸੇ ਤਰ੍ਹਾਂ ਕਹਿੰਦੇ ਪੈਸਿਆਂ ਦਾ ਮੀਂਹ ਵਰਦਾ ਦੇਖ ਕੇ ਬੜੀ ਬਰਾਤ ਦੀ ਸ਼ੋਭਾ ਹੋ ਰਹੀ ਹੈ ਭਾਈ। ਸਾਰੇ ਹੀ ਦੇਖ ਕੇ ਹੈਰਾਨ ਹੋ ਰਹੇ ਹਨ। ਕੀਰਤ ਜੋ ਵਿਸਤਰਿਤ ਹੈ ਜਨ ਪੂਰਨ ਚੰਦ ਲੈ ਜੋਨ ਸੀਸ਼ਾਈ। ਕਹਿੰਦੇ ਕਿਸੇ ਦੇ ਵੀ ਮਨ ਦੇ ਵਿੱਚ ਊਚ ਨੀਚ ਦੀ ਕੋਈ ਵਿਚਾਰ ਨਹੀਂ ਚੱਲ ਰਹੀ। ਸਾਰੀਆਂ ਜਾਤਾਂ ਪਾਤਾਂ ਦੇ ਲੋਕ ਇਸ ਕਾਰਜ ਦੇ ਵਿੱਚ ਸ਼ਾਮਲ ਹੋਏ ਨੇ, ਤੇ ਇਸੇ ਤਰ੍ਹਾਂ ਕਹਿੰਦੇ ਇੰਨੀ ਕੁ ਇਹਨਾਂ ਦੀ ਮਹਿਮਾ ਫੈਲ ਗਈ ਹੈ ਕਿ ਜਿਵੇਂ ਕਹਿੰਦੇ ਪੁੰਨਿਆਂ ਦਾ ਚੰਦ ਚੜ੍ਹਿਆ ਹੋਵੇ। ਸ਼੍ਰੋਨਨ ਮੈਂ ਸੁਨ ਬਾਜਨ ਗੀਤੁਨ ਬਿਬਰਨ ਹੋਦ ਪਇਓ ਮਨ ਨਾਰੀ। ਇਸੇ ਤਰ੍ਹਾਂ ਕਹਿੰਦੇ ਹੁਣ ਸਾਰੀਆਂ ਨਰ ਨਾਰੀਆਂ, ਸਾਰੇ ਇਸਤਰੀਆਂ ਪੁਰਸ਼ਾਂ ਦੇ ਕੰਨਾਂ ਦੇ ਵਿੱਚ ਇਹ ਬਰਾਤ ਦੇ ਜੋ ਕੁਝ ਵੀ ਸਾਜੋ ਸਮਾਨ ਵਜਾਇਆ ਜਾ ਰਿਹਾ ਨਾ, ਜੋ ਕੁਝ ਵੀ ਸਾਜ਼ ਵਜਾਏ ਜਾਏ ਨੇ, ਇਹਨਾਂ ਦੀ ਧੁਨ ਹੁਣ ਕਹਿੰਦੇ ਫਿਰ ਲੜਕੀ ਪਰਿਵਾਰ ਦੇ ਜੀਆਂ ਦੇ ਕੰਨਾਂ ਦੇ ਵਿੱਚ ਪਈ ਹੈ। ਰੰਗ ਸੁਰੰਗੇ ਮੇਲ ਸੁਗੰਧੇ ਪ੍ਰੀਤ ਸਪਰੀਤੇ ਲੈ ਘਟ ਨਾਰੀ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਫਿਰ ਜਦੋਂ ਬਰਾਤ ਨੇ ਜਾ ਕੇ ਢਕਾ ਕੀਤਾ ਹੈ, ਤੇ ਇਸੇ ਤਰ੍ਹਾਂ ਕਹਿੰਦੇ ਸਾਰਿਆਂ ਨੇ ਰਲ ਮਿਲ ਕੇ ਹੁਣ ਬੜੇ ਪ੍ਰੇਮ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਹੈ। ਚੰਦ ਮੁਖੀ ਸੁਖ ਕੰਦ ਬਿਲੋਕ ਆਨੰਦ ਪਰੀ ਪਟ ਭਗਤ ਚਾਰੀ। ਤੇ ਇਸੇ ਤਰ੍ਹਾਂ ਕਹਿੰਦੇ ਸੁੱਖਾਂ ਦੇ ਦਾਤੇ ਚੰਦਰਮੇ ਦੇ ਮੁਖੜੇ ਵਰਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਦੇਖ ਕੇ, ਤਿਨਾਂ ਦੇ ਦਰਸ਼ਨ ਕਰਕੇ ਸਾਰੇ ਹੀ ਆਨੰਦਿਤ ਹੋ ਰਹੇ ਹਨ। ਲਾਲ ਗੁਲਾਲ ਵਿਸ਼ਾਲ ਕੋਬਾਲ ਗੁਲਾਬ ਮਿਲਾਏ ਬਰਾਤ ਪੈਢਾਰੀ। ਤੇ ਇਸੇ ਤਰ੍ਹਾਂ ਕਹਿੰਦੇ ਬੜੇ ਹੀ ਸਤਿਕਾਰ ਦੇ ਨਾਲ ਗੁਲਾਬ ਦਾ ਛਿੜਕਾ, ਗੁਲਾਲ ਦੇ ਇਤਰਾਂ ਦਾ ਛਿੜਕਾ ਮਿਲਾ ਕੇ ਕੀਤਾ ਜਾ ਰਿਹਾ ਹੈ। ਤਾਮਨ ਪੰਕਤ ਪੰਕ ਪਇਓ ਸਭ ਅੰਕਯੋ ਮੰਗ ਬਿਲਾਸਤ ਭਾਰੀ। ਇਸੇ ਤਰ੍ਹਾਂ ਕਹਿੰਦੇ ਇੰਨਾ ਕੁ ਇਤਰ ਗੁਲਾਬ ਛਿੜਕਿਆ ਗਿਆ ਤੇ ਸਾਰੇ ਪਾਸੇ ਕਹਿੰਦੇ ਕੁਦਰਤ ਦੇ ਵਿੱਚ ਖੁਸ਼ਬੂਆਂ ਫੈਲ ਗਈਆਂ ਨੇ, ਤੇ ਸਾਰੇ ਉਮੰਗ ਅਤੇ ਉਤਸ਼ਾਹ ਦੇ ਵਿੱਚ ਬਹੁਤ ਖੁਸ਼ ਹੋ ਰਹੇ ਹਨ। ਮੂਲੇ ਕੇ ਦਵਾਰ ਟੁਕਾਓ ਕਰਿਓ ਅਸ ਆਰਤੇ ਹਰ ਕੀ ਆਰਤੀ ਤਾਰੀ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਮੂਲ ਚੰਦ ਜੀ ਦੇ ਦਰਵਾਜ਼ੇ ਦੇ ਉੱਤੇ ਬਰਾਤ ਨੇ ਟਿਕਾਓ ਕੀਤਾ ਤੇ ਸਾਰਿਆਂ ਦੀ ਕਹਿੰਦੇ ਆਰਤੀ ਉਤਾਰੀ ਗਈ।
ਭਾਵ ਸਾਰਿਆਂ ਦਾ ਆਦਰ ਸਤਿਕਾਰ ਕੀਤਾ ਗਿਆ ਹੈ। ਚੰਦਰ ਮੁਖੀ ਤਹਿ ਬ੍ਰਿੰਦ ਮੈਨੀ ਕਲ ਕੰਠ ਹੈ ਕੋਕਿਲਾ ਕੀ ਅਨਹਾਰੀ। ਤੇ ਕਹਿੰਦੇ ਸੁੰਦਰ ਆਵਾਜ਼ ਦੇ ਵਿੱਚ ਇਸਤਰੀਆਂ ਰਲ ਮਿਲ ਕੇ ਹੁਣ ਕਹਿੰਦੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਮੰਗਲ ਸੋ ਕੁਲ ਰੀਤ ਕਰੈ ਲਿਆ ਨਾਨਕ ਨਾਮ ਉਚਾਰਤ ਗਾਰੀ। ਤੇ ਇਸੇ ਤਰ੍ਹਾਂ ਕਹਿੰਦੇ ਜਿੱਥੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਰਿਵਾਰ ਦੇ ਜੀਆਂ ਦੇ ਨਾਂ ਲੈ ਲੈ ਕੇ ਕਹਿੰਦੇ ਇੱਕ ਦੂਜੇ ਨੂੰ ਸਿੱਠਣੀਆਂ ਦੇ ਰਹੀਆਂ ਹਨ। ਗਿਆਨ ਮੈਂ ਕਾਮ ਕੋ ਜੋਰ ਚਲਿਓ ਨਾ ਪਲਾਇਨ ਹੋਵੇ ਮਨੋ ਬਾਦ ਪੁਕਾਰੀ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਆਪਸ ਦੇ ਵਿੱਚ ਹੁਣ ਰਲ ਮਿਲ ਕੇ ਇੱਕ ਦੂਜੇ ਨੂੰ ਸਿੱਠਣੀਆਂ ਦੇ ਰਹੀਆਂ ਨੇ। ਤੇ ਇਸੇ ਤਰ੍ਹਾਂ ਕਹਿੰਦੇ ਬਹੁਤ ਸੋਹਣਾ ਮਾਹੌਲ ਉਸ ਸਮੇਂ ਬਰਾਤ ਦੇ ਢੁਕਾ ਦੇ ਸਮੇਂ ਇਹ ਮਾਹੌਲ ਬਣਿਆ ਹੋਇਆ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਰਾਤ ਜਿਹੜੀ ਚੜ੍ਹ ਕੇ ਆਈ ਹੈ ਤੇ ਕਿਸ ਤਰੀਕੇ ਦੇ ਨਾਲ ਹੋਰ ਸਵਾਗਤ ਕੀਤਾ ਜਾਂਦਾ ਜਾਂ ਜੋ ਰੀਤੀ ਰਿਵਾਜ ਨਿਭਾਏ ਜਾਂਦੇ ਨੇ, ਉਹ ਅਸੀਂ ਰਹਿੰਦਿਆਂ ਦੀਵਾਨਾਂ ਦੇ ਵਿੱਚ ਵਿਚਾਰਾਂ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।